Even the temporary foreign worker student भी एक side ਤੇ protest ਕਰ ਰਹੇ ਵੀ ਸਾਨੂੰ PR ਦਿਓ, and ਇੱਕ side ਤੇ Canadian ਕਹਿ ਰਿਹਾ ਕਿੱਥੋਂ PR ਦਈਏ? We don't have jobs, we don't have homes, and impact ਜ਼ਿਆਦਾ ਇਹਦਾ ਹੋ ਗਿਆ ਹੈਗਾ ਜਦੋਂ ਆਪਾਂ ਦੇ ਜੋ ਤੁਸੀਂ ਇਕੱਲੇ ਹਲਚਲ ਜਿਹੜੀ ਮਚ ਗਈ ਹੈਗੀ ਹੈ housing crisis, the census, no jobs, media attention, all of this happening, all these complaints coming in, everything that has happened collaborated the fact we ਜੇ ਉਹਨਾਂ ਨੇ ਹੁਣ ਨਹੀਂ ਕੁਝ ਕੀਤਾ, again, I am Canadian, my children are Canadian, many of you listening are Canadians or permanent residents. ਆਪਾਂ ਉਹਨਾਂ ਦੀ ਕੇਅਰ ਕਰ ਨਹੀਂ ਪਾ ਰਹੇ। They have to follow CBSA ਦੀਆਂ ਵੀ ਅੱਖਾਂ ਥੋੜ੍ਹੀ ਜਿਹੀ ਖੁੱਲ ਗਈਆਂ, even ਜੇ ਕੋਈ CBS ਦੇ ਵਿੱਚ ਕੋਈ ਕਹਿ ਰਿਹਾ ਸੀ ਇੰਨੇ ਵਜੇ ਜਾਓ, ਉਹ ਅਫਸਰ ਮਿਲੇਗਾ ਤੁਹਾਨੂੰ, permit ਆ ਜਾਏਗਾ। Well, that has been brought to attention of supervisors and managers. So actually it's quite necessary, and ਜਿਹੜੇ ਬੰਦੇ ਨਹੀਂ qualify ਕਰ ਰਹੇ, and it's very sad to say, ਜਿਹੜੇ ਬੰਦੇ ਕੋਲੇ qualification ਨਹੀਂ ਹੈਗੀ, ਜਿਹੜੇ ਬੰਦੇ ਇਸ means ਤੇ ਆਏ ਹੈਗੇ through fraudulent means, through wrong means, they're weaning them, they're taking them out slowly, somehow figuring it out ਵੀ ਤੁਸੀਂ ਵਾਪਸ ਜਾਓ। PR ਲੈਵਲ ਕੈਨੇਡਾ ਦਾ 20% ਤੋਂ ਘਟਾਇਆ ਜਾ ਰਿਹਾ ਹੈ। ਇਹ ਸ਼ੁਰੂਆਤ 2025 ਤੋਂ ਹੋ ਜਾਏਗੀ। ਜਿਹੜੇ 5 ਲੱਖ ਲੋਕ ਇੱਥੇ ਪਹਿਲਾਂ ਬੁਲਾਏ ਜਾਂਦੇ ਸਨ, ਹੁਣ 3,95,000 ਪਹਿਲਾਂ ਬੁਲਾਏ ਜਾ ਰਹੇ ਨੇ। ਅਗਲੇ ਸਾਲ ਯਾਨੀ ਕਿ 2026 ਵਿੱਚ ਇਹ ਨੰਬਰ 3,80,000 ਤੇ ਆ ਜਾਏਗਾ, ਤੇ ਉਸ ਤੋਂ ਬਾਅਦ 2027 ਦੇ ਵਿੱਚ ਇਹ ਨੰਬਰ 3,65,000 ਆ ਜਾਏਗਾ। ਯਾਨੀ ਕਿ 1,05,000 ਤੋਂ ਲੈ ਕੇ 1,35,000 ਬੰਦੇ ਹੁਣ ਘੱਟ ਕੈਨੇਡਾ ਵਿੱਚ ਆਣਗੇ। ਜਿੰਨੀ ਹਲਚਲ ਇਸ ਟਾਈਮ ਮੱਚੀ ਹੈਗੀ ਕਦੇ ਆਈ ਐਮ ਨਾਟ ਹਰਡ ਇਟ, ਠੀਕ ਹੈ। ਜੋ ਮੀਡੀਆ ਅਟੈਂਸ਼ਨ ਹੋ ਰਹੀ ਹੈ, ਜੋ ਕੈਨੇਡੀਅਨ ਬੋਲ ਰਿਹਾ right now or permanent resident ਬੋਲ ਰਿਹਾ, like enough, we've had enough। ਪਰ ਅਗਰ ਆਪਣੀ ਇਹਨਾਂ ਨੇ ਸਟੈਪ ਚੱਕਿਆ ਹੈਗਾ and they can't control it, ਤੁਸੀਂ 2 ਸਾਲਾਂ ਨੂੰ 5 ਸਾਲਾਂ 'ਚ ਦੇਖੋ ਕੀ ਹਾਲ ਹੋਏਗਾ। Forget temporary residents, ਕਿਉਂਕਿ ਉਹ ਤਾਂ ਵਿਚਾਰੇ, look, my bread and butter is the temporary resident, ਠੀਕ ਹੈ, is the immigrant. So immigration ਤੋਂ ਬਗੈਰ I am nothing. Like, this is my profession, right? I am nothing, and Canada is nothing. I think ਜੋ government ਕਰੇਗੀ and ਜੋ ਉਹਨਾਂ ਨੂੰ ਕਰਨਾ ਚਾਹੀਦਾ, ਜਿਹੜੇ ਆਪਣੀ economy ਨੂੰ contribute ਕਰਨ, which is the economic class, which is the business class, ਠੀਕ ਹੈ। ਫੈਮਿਲੀ ਕਲਾਸ ਨੂੰ ਤਾਂ ਇਹ ਆਲਰੇਡੀ ਪੇਰੈਂਟਸ ਗ੍ਰੈਂਡਪੇਰੈਂਟਸ ਘਟਾ ਗਏ ਹੈਗੇ ਆ। ਅਸੀਂ ਦੇਖਿਆ ਸੋਸ਼ਲ ਮੀਡੀਆ ਤੇ ਵੀ ਕਿਸ ਤਰੀਕੇ ਨਾਲ ਹਰ ਰੋਜ਼ ਹੀ ਜਿਹੜੇ ਕੈਨੇਡੀਅਨਸ ਨੇ ਉਹ ਹਾਹਾਕਾਰ ਮਚਾ ਰਹੇ ਸਨ। ਬਟ ਔਨ ਦਾ ਅਦਰ ਥੋੜ੍ਹਾ ਜਿਹਾ ਸਾਨੂੰ ਐਕਸਪਲੇਨ ਕਰੋ, ਜਿੱਥੇ ਸਰਕਾਰ ਕਹਿੰਦੀ ਹੈ PR ਪਰਮਨੈਂਟ ਰੈਜ਼ੀਡੈਂਟ ਜਿਹੜੇ ਹੈਗੇ ਨੇ ਉਹ ਘਟਾਏ ਜਾ ਰਹੇ ਨੇ, ਪਰ ਦੂਸਰੇ ਪਾਸੇ ਪਰਮਨੈਂਟ ਰੈਜ਼ੀਡੈਂਟਸ ਦੇ ਵਿੱਚ ਸਿਰਫ ਜਿਹੜੇ PR ਤੇ ਆਉਂਦੇ ਨੇ ਉਹਨਾਂ ਨੂੰ ਤੁਸੀਂ ਕਾਊਂਟ ਕਰਦੇ ਹੋ, ਜਾਂ ਹੋਰ ਵੀ ਕੋਈ ਕੈਟਾਗਰੀਜ਼ ਵਿੱਚ ਆ ਜਾਂਦੀਆਂ ਨੇ? ਮਿਸਾਲ ਦੇ ਤੌਰ ਤੇ ਕੀ ਰੈਫਿਊਜੀਜ਼ ਵੀ ਘਟਾਏ ਜਾਣਗੇ? ਕਿਉਂਕਿ ਆਮ ਜਨਤਾ ਦਾ ਇਹ ਵੀ ਕਹਿਣਾ ਹੈਗਾ ਕਿ ਰੈਫਿਊਜੀਜ਼ ਬਹੁਤ ਜ਼ਿਆਦਾ ਇੱਥੇ ਆ ਰਹੇ। ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਇੱਕ ਬਹੁਤ ਮਹੱਤਵਪੂਰਨ ਘੋਸ਼ਣਾ ਕੀਤੀ ਗਈ ਹੈ ਪ੍ਰਧਾਨ ਮੰਤਰੀ ਤੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਕਿ ਪਰਮਨੈਂਟ ਰੈਜ਼ੀਡੈਂਟ ਲੈਵਲਸ ਜਿਹੜੇ ਹੈਗੇ ਨੇ ਉਹ ਕਾਫੀ ਘਟਾਏ ਜਾ ਰਹੇ ਹੈਗੇ ਨੇ। 5 ਲੱਖ ਜਿਹੜੀ ਤੈਅ ਕੀਤੀ ਗਈ ਸੀ ਕਿ ਇਹ ਇੰਨੇ ਨੰਬਰ ਆਫ ਪਰਮਨੈਂਟ ਰੈਜ਼ੀਡੈਂਟਸ ਆਉਣਗੇ ਕੈਨੇਡਾ ਦੇ ਵਿੱਚ, ਉਹਨਾਂ ਨੂੰ ਹੁਣ ਘਟਾ ਕੇ 3,95,000 2025 ਵਿੱਚ ਕੀਤਾ ਜਾਏਗਾ, 3,80,000 2026 ਵਿੱਚ, ਤੇ 3,65,000 2027 ਦੇ ਵਿੱਚ ਕੀਤਾ ਜਾਏਗਾ। ਉਸ ਦੇ ਨਾਲ ਹੀ ਟੈਂਪਰਰੀ ਫੋਰਨ ਵਰਕਰਸ ਵਾਲੇ ਪਹਿਲਾਂ ਵੀ ਘੋਸ਼ਣਾਵਾਂ ਹੋ ਚੁੱਕੀਆਂ ਨੇ, ਪਰ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਟੈਂਪਰਰੀ ਰੈਜ਼ੀਡੈਂਟਸ ਜਿਹੜੇ ਨੇ ਉਹ 5% ਪੋਪੂਲੇਸ਼ਨ ਦਾ ਹੋਣਗੇ ਓਵਰ ਦਾ ਨੈਕਸਟ 5 ਇਅਰਸ, ਜਿਹੜਾ ਕਿ ਇਹ ਡਾਊਨ ਹੈ 6.5% ਜਿਹੜਾ ਮਾਰਚ ਵਿੱਚ ਹੈਗਾ ਸੀ। ਸੋ ਇਹ ਜਿਹੜੀਆਂ ਘੋਸ਼ਣਾਵਾਂ ਆ ਰਹੀਆਂ ਨੇ, ਪਹਿਲਾਂ ਬਹੁਤ ਸਾਰੀਆਂ ਅਨਾਊਂਸਮੈਂਟਸ ਪਿਛਲੇ ਸਾਲਾਂ 'ਚ ਅਸੀਂ ਸੁਣੀਆਂ ਜਿਸ ਵਿੱਚ ਕਿ ਨੰਬਰ ਆਫ ਇਮੀਗ੍ਰੈਂਟਸ ਨੂੰ ਵਧਾਉਣ ਦੇ ਵਾਅਦੇ ਕੀਤੇ ਗਏ ਸੀ, ਪਰ ਜਦੋਂ ਕੈਨੇਡਾ ਦੇ ਵਿੱਚ ਤਰਥੱਲੀ ਮਚ ਗਈ, ਜੌਬਸ ਨਹੀਂ ਹੈਗੇ ਨੌਜਵਾਨਾਂ ਕੋਲ, ਲੋਕਾਂ ਕੋਲ, ਅਫੋਰਡੇਬਿਲਿਟੀ ਦਾ ਇਸ਼ੂ ਹੈਗਾ, ਹਾਊਸਿੰਗ ਕ੍ਰਾਈਸਿਸ ਚੱਲ ਰਿਹਾ ਹੈ, ਇਹ ਚੀਜ਼ਾਂ ਨੂੰ ਮੁੱਖ ਰੱਖ ਕੇ ਸਰਕਾਰ ਉਹਨੇ ਫੈਸਲੇ ਕਰ ਰਹੀ ਹੈ। ਇਹਦਾ ਕੀ ਇੰਪੈਕਟ ਪਏਗਾ, ਇਹ ਸਾਰੇ ਨੰਬਰਸ ਕੀ ਸਾਨੂੰ ਦੱਸਦੇ ਨੇ, ਇਸ ਬਾਰੇ ਆਓ ਵਿਸਥਾਰ ਵਿੱਚ ਗੱਲਬਾਤ ਕਰਦੇ ਹਾਂ ਨੀਰਾ ਅਗਨੀਹੋਤਰੀ ਨਾਲ, ਜਿਹੜੇ ਕਿ ਸਾਡੇ ਸੀਨੀਅਰ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ ਨੇ, ਤੁਹਾਡੇ ਨਾਲ ਆ ਕੇ ਸਾਂਝ ਪਾਇਆ ਕਰਦੇ ਨੇ ਤੇ ਤੁਹਾਨੂੰ ਇਹਨਾਂ ਇਸ਼ੂਜ਼ ਉੱਤੇ ਅਵੇਅਰ ਕਰਦੇ ਨੇ। ਲੈਟਸ ਵੈਲਕਮ ਨੀਰਾ ਅਗਨੀਹੋਤਰੀ। ਨੀਰਾ ਜੀ, ਵੈਲਕਮ ਟੂ ਦ ਪ੍ਰੋਗਰਾਮ। Hi, good morning, Harpreet ji. Thank you so much for having me again. Good morning ji, welcome. So this is a major development. This was being talked about quite a lot. ਕਾਫੀ ਇਹਦੇ ਤੇ ਬਾਰੇ ਗੱਲਾਂ ਚੱਲ ਰਹੀਆਂ ਸੀ ਕਿ ਜੀ ਹੁਣ ਸਰਕਾਰ ਨੇ ਸਖਤੀ ਕਰ ਦੇਣੀ ਹੈ, ਸਰਕਾਰ ਨੇ ਸਖਤੀ ਸ਼ੁਰੂ ਵੀ ਕਰ ਦਿੱਤੀ ਹੈ, ਪਰ ਹੁਣ ਜਿਹੜੀ ਅੱਜ ਦੀ ਇਹ ਘੋਸ਼ਣਾ ਹੈਗੀ ਹੈ, ਇਸ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ? ਇਹਦੇ ਨਾਲ ਕੀ ਫਰਕ ਪਏਗਾ, ਇਹਦਾ ਕੀ ਇੰਪੈਕਟ ਪੈ ਸਕਦਾ ਹੈ? Harpreet ji, ਇਹ ਜਿਹੜੀ ਚੇਂਜਸ ਆ ਰਹੀਆਂ ਹੈਗੀਆਂ, they've been in the works for a while now. ਹੁਣ ਤੁਸੀਂ ਜਦੋਂ ਦੇਖਦੇ ਹੈਗੇ ਐਕਸਪ੍ਰੈਸ ਐਂਟਰੀ economic class ਜਿਹੜੀ federal skilled worker draws ਹੈਗੀਆਂ, ਉਹ ਬਹੁਤ ਘੱਟ ਹੋ ਰਹੀਆਂ। ਸੋ ਆਊਟਸਾਈਡ ਮੀਨਿੰਗ ਜਿਹੜੇ ਬਾਹਰਲੇ ਕੈਂਡੀਡੇਟਸ ਹੈਗੇ ਆ ਆਊਟਸਾਈਡ ਆਫ ਕੈਨੇਡਾ,
invitations ਤੇ ਉਹਨਾਂ ਨੂੰ round of invitations ਬਹੁਤ ਘੱਟ ਆ ਰਹੀਆਂ ਸੀ already ਇਹਨਾਂ ਨੇ ਹਰੇਕ province ਦੇ ਵਿੱਚ mostly in most provinces federally targeted draws ਕਰ ਦਿੱਤੀਆਂ ਹੈਗੀਆਂ towards STEM towards trades transportation ਜਿੱਥੇ ਕੈਨੇਡਾ ਨੂੰ ਬਹੁਤ ਜ਼ਰੂਰਤ ਹੈਗੀ ਹੈ permanent residence ਦੀ those industries were already being targeted, the French speaking. So ਜੇ ਆਪਾਂ ਦੇਖਦੇ ਹੈਗੇ slowly they are weaning out ਜੋ ਉਹਨਾਂ ਨੂੰ ਚਾਹੀਦਾ ਜੋ ਉਹਨਾਂ ਨੂੰ ਨਹੀਂ ਚਾਹੀਦਾ ਹੈਗਾ so this had already started it is starting and impact ਜ਼ਿਆਦਾ ਇਹਦਾ ਹੋ ਗਿਆ ਹੈਗਾ ਜਦੋਂ ਆਪਾਂ ਦੇ ਜੋ ਤੁਸੀਂ ਕੱਲੇ ਹਲਚਲ ਜਿਹੜੀ ਮਚ ਗਈ ਹੈਗੀ ਹੈ housing crisis the census no jobs media attention all of this happening, all these complaints coming in, everything that has happened collaborated the fact again, I am Canadian, my children are Canadian, many of you listening are Canadians or permanent residents. Upon onadi care karni pare. So how are we supposed to care for the temporary foreign worker or the temporary student or even the visitor here? And the visitor that is coming in and working on cash because of ਹੈਗਾ ਅਸੀਂ cash ਤੇ ਕੰਮ ਕਰਨਾ ਹੈਗਾ ਅਸੀਂ ਵਾਪਸ ਲੈ ਕੇ ਜਾਣੇ ਆ ਪੈਸੇ ਪਿੱਛੇ ਭੇਜਣੇ ਹੈਗੇ ਆ ਉਹ ਕਹਿੰਦਾ ਦੀ ਰਿਸਪੌਂਸਿਬਿਲਿਟੀ ਕਿਉਂ ਆ ਵੀ ਤੁਸੀਂ ਆਪਣੀ ਕਮਾਈ ਇੱਥੇ ਆ ਕੇ ਕਰੋ ਜੋ ਸਾਡੀ ਖੁਦ ਦੀ ਸਿਟੀਜ਼ਨਸ ਦੀ ਕਮਾਈ ਨਹੀਂ ਹੋ ਰਹੀ ਹੈਗੀ ਰਾਈਟ ਬਟ ਨੀਰਜ ਜੀ ਇਜ਼ ਇਟ ਦ ਸਟੈਪ ਇਨ ਦ ਰਾਈਟ ਡਾਇਰੈਕਸ਼ਨ ਕਿਤੇ ਥੋੜਾ ਲੇਟ ਤੇ ਨਹੀਂ ਹੋ ਗਏ ਕਿ 1,05,000 ਤੋਂ ਲੈ ਕੇ 1,35,000 ਬੰਦੇ ਘੱਟ ਬੁਲਾਏ ਜਾਣਗੇ ਅਗਲੇ 3 ਸਾਲਾਂ ਦੇ ਵਿੱਚ ਇਸ ਨਾਲ ਕੋਈ ਇੰਪੈਕਟ ਪਏਗਾ ਜਿਹੜਾ ਆਲਰੇਡੀ ਇੰਨੀ ਗੜਬੜ ਇੱਥੇ ਹੋ ਰਹੀ ਹੈ ਨਹੀਂ ਇੰਪੈਕਟ actually ਇਹ ਜ਼ਰੂਰੀ ਹੈ ਹਰਪ੍ਰੀਤ if you look at it in the economic view or the immigration view ਆਪਣੇ ਕੋਲੇ ਜਿੰਨੇ ਇੱਥੇ immigrants so ਜਿਹੜੇ ਇੱਥੇ already ਕੈਨੇਡਾ ਦੇ ਵਿੱਚ ਹੈਗੇ ਆ students ਹੋ ਗਏ workers ਹੋ ਗਏ ਆਪਾਂ ਉਹਨਾਂ ਨੂੰ ਸੰਭਾਲੀਏ because they're already living in our country they're already in our housing system they're already here integrated so what Canada needs to do and I think what they're doing is ਜੋ already ਆਪਣੇ ਕੋਲੇ ਹੈਗਾ ਕਿਉਂਕਿ ਉਹ ਤਾਂ ਇੰਪੈਕਟ ਨਹੀਂ ਪਏਗਾ ਰਾਈਟ ਕਿਉਂਕਿ ਹਾਊਸਿੰਗ ਵੀ ਉਹ ਕੋਈ ਨਾ ਕੋਈ ਤਾਂ ਕਿਤੇ ਰਹਿ ਰਿਹਾ so that housing is already taken into calculation so instead of calling from outside they are trying to maintain they're trying to fix what's inside jo actually it's quite necessary and ਜਿਹੜੇ ਬੰਦੇ ਨਹੀਂ qualify ਕਰ ਰਹੇ and it's very sad to say ਜਿਹੜੇ ਬੰਦੇ ਕੋਲੇ qualification ਨਹੀਂ ਹੈਗੀ ਜਿਹੜੇ ਬੰਦੇ ਇਸ means ਤੇ ਆਏ ਹੈਗੇ through fraudulent means through wrong means they're weaning them they're taking them out slowly somehow figuring it out with ਤੁਸੀਂ ਵਾਪਸ ਜਾਓ but ਜਿਹੜੇ ਬੰਦੇ ਨੇ ਇੱਥੇ ਸਟੱਡੀਜ਼ ਕੀਤੀ ਹੈਗੀ ਇਹਨਾਂ ਨੇ ਵਰਕ ਕੀਤਾ ਹੈਗਾ they're falling into targeted draws education ਹੈਗੀ ਹੈ ਜੋ ਆਪਣੀ economy ਨੂੰ boost ਕਰਨਗੇ right our labor class even labor class ਕਿਉਂਕਿ labor class ਤੋਂ ਬਗੈਰ ਤਾਂ ਕਹਿੰਦਾ ਕੁਝ ਹੈ ਹੀ ਨਹੀਂ right so most of the workers go into a labor class but most of these jobs are fake ਜੋ ਇਹਨਾਂ ਦੇ ਨਜ਼ਰੀਆਂ ਚ ਆ ਗਿਆ ਹੈਗਾ they're not actually real jobs they're fake work permits, taxes being paid, Jovi so all of this is now, it's a big cleanup, Harpreet ji. It is late, but I guess it's never too late that finally some steps are being taken. It is late. It is very late. The system is overflowed. It's flooded. Everything has been done. But agar only ਇਹਨਾਂ ਨੇ step ਚੱਕਿਆ ਹੈਗਾ and they can't control it, ਤੁਸੀਂ 2 ਸਾਲਾਂ ਨੂੰ 5 ਸਾਲਾਂ ਚ ਦੇਖੋ ਕੀ ਹਾਲ ਹੋਏਗਾ Forget temporary residents क्योंकि ਉਹ ਤਾਂ ਵਿਚਾਰੇ look my bread and butter is the temporary resident ठीक है is the immigrant so immigration to begat I am nothing like this is my profession right I am nothing and Canada is nothing so keep in mind Canada is also nothing without immigration but it has to be controlled it was out of control it needs to be controlled at some level and again elections are coming See, of course, there's a political play in all of this, right? So everyone and there has been a lot of hue and cry about it. बहुत ज़्यादा इतराज़ ज़ाहिर होया. ਅਸੀਂ ਦੇਖਿਆ ਸੋਸ਼ਲ ਮੀਡੀਆ ਤੇ ਵੀ ਕਿਸ ਤਰੀਕੇ ਨਾਲ ਹਰ ਰੋਜ਼ ਹੀ ਜਿਹੜੇ ਕੈਨੇਡੀਅਨਸ ਨੇ ਉਹ ਹਾਹਾਕਾਰ ਮਚਾ ਰਹੇ ਸਨ. ਬਟ ਔਨ ਦਾ ਅਦਰ ਥੋੜਾ ਜਿਹਾ ਸਾਨੂੰ ਐਕਸਪਲੇਨ ਕਰੋ ਜਿੱਥੇ ਸਰਕਾਰ ਕਹਿੰਦੀ ਹੈ PR ਪਰਮਨੈਂਟ ਰੈਜ਼ੀਡੈਂਟ ਜਿਹੜੇ ਹੈਗੇ ਨੇ ਉਹ ਘਟਾਏ ਜਾ ਰਹੇ ਨੇ ਪਰ ਦੂਸਰੇ ਪਾਸੇ ਪਰਮਨੈਂਟ ਰੈਜ਼ੀਡੈਂਟਸ ਦੇ ਵਿੱਚ ਸਿਰਫ ਜਿਹੜੇ PR ਤੇ ਆਉਂਦੇ ਨੇ ਉਹਨਾਂ ਨੂੰ ਤੁਸੀਂ ਕਾਊਂਟ ਕਰਦੇ ਹੋ ਜਾਂ ਹੋਰ ਵੀ ਕੋਈ ਕੈਟਾਗਰੀਜ਼ ਵਿੱਚ ਆ ਜਾਂਦੀਆਂ ਨੇ ਮਿਸਾਲ ਦੇ ਤੌਰ ਤੇ ਕੀ ਰੈਫਿਊਜੀਜ਼ ਵੀ ਘਟਾਏ ਜਾਣਗੇ ਕਿਉਂਕਿ ਆਮ ਜਨਤਾ ਦਾ ਇਹ ਵੀ ਕਹਿਣਾ ਹੈਗਾ ਕਿ ਰੈਫਿਊਜੀਜ਼ ਬਹੁਤ ਜ਼ਿਆਦਾ ਇੱਥੇ ਆ ਰਹੇ ਨੇ So yes, of course. So permanent residence includes family class, includes refugee class, it includes humanitarian compassionate considerations class, and it includes economic classes and business classes, and provincial nominee classes. So I think ਜੋ government ਕਰੇਗੀ and ਜੋ ਉਹਨਾਂ ਨੂੰ ਕਰਨਾ ਚਾਹੀਦਾ ਜਿਹੜੇ ਆਪਣੀ economy ਨੂੰ contribute ਕਰਨ
which is the economic class, which is the business class. ठीक है फैमिली क्लास ਨੂੰ ਤਾਂ ਇਹ already parents grandparents ਘਟਾ ਗਏ ਹੈਗੇ spouses ਨੂੰ ਬੱਚਿਆਂ ਨੂੰ ਇਹ ਘਟਾ ਨਹੀਂ ਸਕਦੇ understood there's no caps on those applications then we have the agri pilots ਜਿਹੜੇ ਇਹਨਾਂ ਦੇ pilots ਹੈਗੇ ਆ ਹਰੇਕ class ਦੇ ਵਿੱਚੋਂ they are going to look at the economic contribution so there's the labor the agri pilots then there is the economic classes ਜੋ ਘਟਾਈ ਜਾਏਗੇ of course they're going OV but I think ਜਿਹੜੇ even refugees ਜਿੰਨੇ refugees ਆ ਗਏ ਹੈਗੇ ਆ what is see ਉਹਨਾਂ ਕੋਲੇ base percentile ਹੈਗੀ that they have to take X amount from each category. Right. They can So basically the cut is going to be from all the categories, not a particular category. all categories. And they're going to look Okay. at the benefit of Canada and the benefit of Canada in the world's eyes. So they can't completely cut refugee out because we are supposed to be a compassionate country, right? A consideration country. So we are still, Canada is a giving country that helps. So that will be there. But I think jinne aage hage refugees, and I'm not anything Ji. against refugees, but in my view, jara actual refugee Canada pahunchta hega, are they actually refugees? Actual refugees apni country de vich stuck. They don't have money to come. They don't have resources Ji. to come. So what are we bringing in? So those checks and balances have to be done. Canada needs to look at that. ਟਫ ਸਕਰੀਨਿੰਗ ਪ੍ਰੋਸੈਸ ਹੁਣ ਹੋਣਗੇ ਜੀ ਪਹਿਲੇ ਨਾਲੋਂ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਸਰਕਾਰ ਨੇ ਬਿਲਕੁਲ ਖੋਲ੍ਹ ਦਿੱਤੇ ਸੀ ਦਰਵਾਜ਼ੇ ਹਰ ਇੱਕ ਕੈਟੇਗਰੀ ਇੱਥੇ ਆ ਰਹੀ ਸੀ ਈਵਨ ਵਿਜ਼ਟਰਸ ਵੀ ਆ ਕੇ 99% ਮੇਰੇ ਖਿਆਲ ਵਾਪਸ ਨਹੀਂ ਜਾ ਰਹੇ ਸੀ ਸੋ ਕੀ ਤੁਸੀਂ ਦੇਖਣਾ ਸ਼ੁਰੂ ਕਰਤਾ ਹੈ ਕਿ ਆਲਰੇਡੀ ਜਿਹੜਾ ਸਕਰੀਨਿੰਗ ਪ੍ਰੋਸੈਸ ਹੈ ਇਸ ਨੂੰ ਹੋਰ ਸਖਤ ਕਰ ਦਿੱਤਾ ਗਿਆ Definitely. ਜਿਹੜੇ visa posts ਹੈਗੇ ਆ even through LMIA processes ਜੋ questions ਪੁੱਛੇ ਜਾ ਰਹੇ ਆ but keep in mind ਹੁਣ ਮੈਨੂੰ 20 ਸਾਲ ਹੋ ਗਏ Canada goes through this and to see you've been in the media for a very long time Canada goes through this oh my god boom we have to do this and ਜਦੋਂ ਸ਼ੁਰੂ ਕੁਝ ਕਰਦੇ ਆ ਇਹ strict eventually they go back to this so I don't know is there going to be consistency this time ਕਿਉਂਕਿ consistency ਤਾਂ ਕਦੇ ਇਹਨਾਂ ਨੇ show ਨਹੀਂ ਕੀਤੀ ਹੈਗੀ I'm sorry say in immigration processes ਕੋਈ ਵੀ class ਖੁੱਲਦੀ ਆ ਕੁਝ ਵੀ ਹੁੰਦਾ ਹੈਗਾ on the onset it is they're strict or ਜੇ ਕੋਈ ਪ੍ਰੋਗਰਾਮ ਖੁੱਲਦਾ ਸਭ ਨੂੰ approvals ਦੇ ਦਿੰਦੇ ਆ ਜਦੋਂ ਇਹਨਾਂ ਦੀ ਅੱਖਾਂ ਖੁੱਲਦੀਆਂ ਸਭ ਨੂੰ refusal ਕਰ ਦਿੰਦੇ ਹੈਗੇ ਆ I don't understand like what has happened this is what's been happening will they remain strict in this well they better they have to but I don't know time will tell honestly okay so ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਬੜੀ ਜ਼ਰੂਰੀ ਗੱਲ ਕੀਤੀ ਹੈ ਕਿ ਕੰਸਿਸਟੈਂਸੀ ਕੀ ਸਰਕਾਰ ਦਾ ਇਹ ਮਿਸਕੈਲਕੂਲੇਟਡ ਮੂਵ ਹੋ ਗਿਆ ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਅਰਾਊਂਡ 4.5 ਲੱਖ ਲੋਕ ਆਉਂਦੇ ਸੀ ਇੱਕਦਮ ਹੀ 5 ਲੱਖ ਕਰਤੇ ਅਨਾਊਂਸਮੈਂਟਸ ਕਰਤੀਆਂ ਐਂਡ ਆਫ ਕੋਰਸ ਇਨਫਰਾਸਟ੍ਰਕਚਰ ਅਸੀਂ ਡਿਵੈਲਪ ਨਹੀਂ ਕਰ ਸਕੇ ਲੋਕ ਆਈ ਗਏ ਹਰ ਇੱਕ ਕੈਟੇਗਰੀ ਦੇ ਵਿੱਚ ਜੌਬਸ ਦੀ ਘਾਟ ਹੋ ਗਈ ਇੱਕ ਟੈਨਸ਼ਨ ਬਣ ਗਈ ਪਹਿਲੀ ਵਾਰ ਵੇਖਿਆ ਗਿਆ ਕਿ ਵੀ ਐਂਡ ਦੇ ਦਾ ਕਨਸੈਪਟ ਆਪਣੇ ਭਾਈਚਾਰੇ ਵਿੱਚ ਵੀ ਆ ਗਿਆ ਕਿ ਇਹ ਜਿਹੜੇ ਆ ਰਹੇ ਨੇ ਇਹ ਉਹ ਨੇ ਅਤੇ ਅਸੀਂ ਤਾਂ ਇੱਥੇ ਬੜੀ ਦੇਰ ਤੋਂ ਜੱਦੋ ਜਹਿਦ ਕਰ ਰਹੇ ਹਾਂ ਸਾਡੇ ਬੱਚਿਆਂ ਨੂੰ ਜੌਬਸ ਨਹੀਂ ਮਿਲ ਰਹੀਆਂ ਸਾਡੇ ਬੱਚਿਆਂ ਨੂੰ ਐਡਮਿਸ਼ਨਸ ਨਹੀਂ ਮਿਲ ਰਹੀਆਂ ਸੋ ਇਹ ਸਾਰੇ ਦੇ ਨਾਲ ਇੱਕ ਟੈਨਸ਼ਨ ਜਿਹੜੀ ਇਹ ਬਹੁਤ ਬਣ ਗਈ ਹੈਗੀ ਸੀ ਸੋ ਇਹ ਮਿਸਕੈਲਕੂਲੇਟਡ ਮੂਵ ਜਿਹੜਾ ਹੈਗਾ ਤੁਸੀਂ ਬੜੇ ਲੰਮੇ ਸਮੇਂ ਤੋਂ ਸਰਕਾਰ ਨਾਲ ਵੀ ਬੀਇੰਗ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਐਟ ਦਾ ਹਾਈ ਲੈਵਲ ਤੁਸੀਂ ਉਹਨਾਂ ਨਾਲ ਵਾਰਤਾਲਾਪ ਕਰਦੇ ਰਹੋ ਮਿਨਿਸਟਰਸ ਨਾਲ ਵੀ ਤੁਹਾਡੀਆਂ ਮੀਟਿੰਗਸ ਹੋਈਆਂ ਨੇ ਐਂਡ ਆਫ ਕੋਰਸ ਤੁਸੀਂ ਇਹ ਇਸ਼ੂਜ਼ ਨੂੰ ਡਿਸਕਸ ਕਰਦੇ ਹੋਵੋਗੇ ਸੋ ਤੁਹਾਡੇ ਹਿਸਾਬ ਨਾਲ ਇੱਕ ਪਾਸੇ ਤਾਂ ਅਸੀਂ ਕਹਿੰਦੇ ਜੀ ਕੈਨੇਡਾ ਇਮੀਗ੍ਰੇਸ਼ਨ ਤੋਂ ਬਗੈਰ ਪ੍ਰੋਗਰੈਸ ਨਹੀਂ ਕਰ ਸਕਦਾ ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜੇਕਰ ਸਰਕਾਰ ਵੀ ਬਦਲਦੀ ਹੈ ਕੋਈ ਕੰਸਿਸਟੈਂਸੀ ਹੋਏਗੀ ਕਿ ਇਹ ਪ੍ਰੋਸੈਸ ਜਿਹੜਾ ਹੈਗਾ ਇਮੀਗ੍ਰੇਸ਼ਨ ਦਾ ਇਸ ਨੂੰ ਹੋਰ ਚੰਗੇ ਤਰੀਕੇ ਨਾਲ ਹੈਂਡਲ ਕੀਤਾ ਜਾਏਗਾ ਜਾਂ ਇਹੀ ਤਰੀਕੇ ਨਾਲ ਕੋਈ ਵੀ ਆ ਜਾਏ ਉਹ ਇਸ ਤਰ੍ਹਾਂ ਹੀ ਚੱਲਦਾ ਰਹੇਗਾ I think handle ਕੀਤਾ ਜਾਏਗਾ ਹਰਪ੍ਰੀਤ ਜੀ ਜਿੰਨੀ ਹਲਚਲ ਇਸ ਟਾਈਮ ਮੱਚੀ ਹੈਗੀ ਕਦੇ I've not heard it ਠੀਕ ਹੈ जो media attention हो रही है जो Canadian बोल रहे हैं right now or permanent resident बोल रहे हैं like enough we've had enough like and it's not our only community speaking it's all community speaking for example I have Caucasian friends so keh rahe what is happening I see minority again there's no equality left so there's a lot of back and forth happening so immigration is necessary but the type of immigration how immigration is going to be done and the officers so maybe ਉਸ time they COVID see there was COVID there was this and all these fake job postings gave a different picture ਜੋ ਇਹਨਾਂ ਨੇ ਬਹੁਤ lightly ਸਾਰਾ ਕੁਝ ਲੈ ਲਿਆ ਵੀ ਇੱਥੇ ਜ਼ਰੂਰਤ ਆ ਉੱਥੇ ਜ਼ਰੂਰਤ ਆ ਇਹ ਜ਼ਰੂਰਤ ਆ ਉਹ ਜ਼ਰੂਰਤ ਆ without doing actual proper checking and backups and doing their compliances
So the ESTC department was not doing proper compliances. ਅੱਖਾਂ ਬੰਦ ਜੀ ਕਰਕੇ approve ਕਰੀ ਜਾ ਰਹੇ ਸੀ. Immigration minister, these private schools or public schools, students ਆ ਰਹੇ ਆ, economic ਆਪਣੀ ਇਹਦੇ ਵਿੱਚ ਪੈਸੇ ਆ ਰਹੇ ਆ economy ਦੇ ਵਿੱਚ. Temporary foreign worker, oh God, ਉਹ job shortages ਹੈਗੀਆਂ, labor ਨਹੀਂ fill ਹੋ ਰਿਹਾ. But again, a lot of them were fake jobs. Oh, ਹੋ ਰਿਹਾ. So what has happened? ਸਭ ਨੂੰ ਵਾਰ ਲਿਆ. Approval rate was very high. Everybody is here, but now even the temporary foreign worker student ਵੀ ਇੱਕ side ਤੇ protest ਕਰ ਰਿਹਾ ਵੀ ਸਾਨੂੰ PR ਦਿਓ, and ਇੱਕ side ਤੇ Canadian ਕਹਿ ਰਿਹਾ ਕਿੱਥੋਂ PR ਦਈਏ? We don't have jobs, Right. we don't have homes. So they have made a big soup, and this is not even just a regular chicken noodle soup, it's a vegetable. Right. It is crazily insane. It's insane. So Right. this will continue. Like I think Jade and the resources we see, they were funding Ji. it was not properly allocated. But I know we in Jade funding, they have increased funding towards the immigration programs, towards compliances, towards checks and balances. Instructions are given to visa posts. They Right. have to follow CBSA ਦੀਆਂ ਵੀ ਅੱਖਾਂ ਥੋੜੀ ਜਿਹੀ ਖੁੱਲ ਗਈਆਂ even ਜੇ ਕੋਈ CBS ਦੇ ਵਿੱਚ ਕੋਈ ਕਹਿ ਰਿਹਾ ਸੀ ਇੰਨੇ ਵਜੇ ਜਾਓ ਉਹ ਅਫਸਰ ਮਿਲੇਗਾ ਤੁਹਾਨੂੰ permit ਆ ਜਾਏਗਾ. Well, that is brought to attention of supervisors and managers. So Right. the management from the top is now saying, I need this on my micromanaging is going to start, right? I need this to tell me why this happened. Right. If you're approving Okay. an LMIA or an application, tell me why are you approving it? Right. Yes. ਛੋਟੀ ਜਿਹੀ ਬ੍ਰੇਕ ਜੀ ਵਾਪਸ ਆਉਂਦੇ ਹਾਂ ਅਤੇ ਅੱਗੇ ਥੋੜ੍ਹਾ ਜਿਹਾ ਮੈਂ ਹੋਰ ਤੁਹਾਡੇ ਤੋਂ ਜਾਣਕਾਰੀ ਲਵਾਂ ਚਾਹਾਂਗਾ ਕਿ ਕੀ ਸਟਿਲ ਦ ਸੋਰਡ ਹੈਂਗਸ ਔਨ ਦ ਹੈਡਸ ਆਫ ਇੰਟਰਨੈਸ਼ਨਲ ਸਟੂਡੈਂਟਸ ਖਾਸ ਤੌਰ ਦੇ ਉੱਤੇ ਜਦੋਂ ਹੁਣ ਇੰਨੀਆਂ ਸਖਤਾਈਆਂ ਹੋ ਰਹੀਆਂ ਨੇ ਰੇਡਸ ਪੈ ਰਹੇ ਨੇ ਅਸੀਂ ਇਹਨਾਂ ਦੇ ਪ੍ਰੋਗਰਾਮਸ ਕਰ ਚੁੱਕੇ ਹਾਂ ਅਤੇ ਕੀ ਇਹ ਹੁਣ ਵਿਦਿਆਰਥੀ ਜਾਂ ਹੋਰ ਜਿਹੜੇ ਟੈਂਪਰਰੀ ਫੋਰਨ ਵਰਕਰਸ ਦੇ ਬਾਰੇ ਜਿਹੜੀ ਅੱਜ ਘੋਸ਼ਣਾ ਕੀਤੀ ਗਈ ਹੈ ਕਿ ਇਹ 5% 'ਤੇ ਜਿਹੜੀ ਟੋਟਲ ਪਾਪੂਲੇਸ਼ਨ ਹੈ ਉੱਥੇ ਇਹ ਨੰਬਰ ਲਿਆਂਦਾ ਜਾਏਗਾ, ਇਹਦੇ ਨਾਲ ਕਿੰਨਾ ਕੁ ਸਿਸਟਮ ਕਲੀਨ ਹੋ ਸਕੇਗਾ ਅਤੇ ਕੀ ਫਰਦਰ ਕੱਟਸ ਵੀ ਲੱਗ ਸਕਦੇ ਨੇ? ਸੋ ਵੀਲ ਟਾਕ ਆਲ ਅਬਾਊਟ ਦਿਸ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਦੱਸ ਦਈਏ ਜੀ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਸਾਡੇ ਸਹਿਯੋਗੀਆਂ ਦੇ ਨਾਲ ਜਿਹੜੇ ਕਿ ਵਿੱਚ ਸ਼ਾਮਲ ਨੇ AMC ਇੰਸ਼ੋਰੈਂਸ। AMC ਇੰਸ਼ੋਰੈਂਸ ਦੀਆਂ 10 ਬ੍ਰਾਂਚਿਸ ਨੇ ਲੋਅਰ ਮੇਨਲੈਂਡ ਵਿੱਚ। ਹਫਤੇ ਦੇ 7 ਦਿਨ ਖੁੱਲ੍ਹੇ ਰਹਿੰਦੇ ਨੇ। ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਫੋਨ ਕਰੋ 604 507 6666 604 507 6666। ਸਾਡੇ ਅਗਲੇ ਸਹਿਯੋਗੀ ਹਨ ਅਗਨੀਹੋਤਰੀ ਇਮੀਗ੍ਰੇਸ਼ਨ। ਟੈਂਪਰਰੀ ਸਟੇਟਸ PR ਨਵੇਂ ਹੋ ਕੈਨੇਡਾ ਵਿੱਚ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਗੱਲਬਾਤ ਕਰੋ ਨੀਰਾ ਅਗਨੀਹੋਤਰੀ ਨਾਲ। 2006 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਵਜੋਂ ਇਹ ਕੰਮ ਕਰ ਰਹੇ ਨੇ। ਔਨੈਸਟ ਅਤੇ ਰਿਲਾਇਬਲ ਇਨਫੋਰਮੇਸ਼ਨ ਦੇਣ ਦਾ ਵਾਅਦਾ ਕਰਦੇ ਨੇ। 604 597 2284 604 597 2284 ਇਹਨਾਂ ਦਾ ਫੋਨ ਨੰਬਰ ਹੈ। ਨਾਲ ਹੀ ਸਾਡੇ ਸਹਿਯੋਗੀ ਹਨ ਸੁਖੀਬਾਤ ਮੋਟਰਸ। 15437 ਫਰੇਜ਼ਰ ਹਾਈਵੇ ਸਰੀ 'ਤੇ ਸਥਿਤ ਹੈ ਇੱਕ ਬਹੁਤ ਵੱਡਾ ਸ਼ੋਰੂਮ ਅਤੇ ਟਰੱਕ ਸੈਂਟਰ। ਗੱਡੀਆਂ ਲੈਣੀਆਂ ਨੇ, ਫਾਈਨੈਂਸ ਕਰਾਉਣੀਆਂ ਨੇ ਜਾਂ ਲੀਜ਼ ਕਰਾਉਣੀਆਂ ਨੇ ਜਾਂ ਟਰੱਕਸ ਲੈਣੇ ਨੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰੋ 604 580 1000। ਮੁੜ ਤੋਂ ਸਵਾਗਤ ਕਰਦੇ ਹਾਂ ਜੀ ਅਤੇ ਨੀਰਾ ਅਗਨੀਹੋਤਰੀ ਜੀ ਨਾਲ ਜੋ ਅੱਜ ਘੋਸ਼ਣਾ ਕੀਤੀ ਗਈ ਹੈ ਪ੍ਰਧਾਨ ਮੰਤਰੀ ਵੱਲੋਂ ਕਿ PR ਲੈਵਲ ਕੈਨੇਡਾ ਦਾ 20% ਤੋਂ ਘਟਾਇਆ ਜਾ ਰਿਹਾ ਹੈ। ਇਹ ਸ਼ੁਰੂਆਤ 2025 ਤੋਂ ਹੋ ਜਾਏਗੀ। ਜਿਹੜੇ 5 ਲੱਖ ਲੋਕ ਇੱਥੇ ਪਹਿਲਾਂ ਬੁਲਾਏ ਜਾਂਦੇ ਸਨ ਹੁਣ 3,95,000 ਪਹਿਲਾਂ ਬੁਲਾਏ ਜਾ ਰਹੇ ਨੇ। ਅਗਲੇ ਸਾਲ ਯਾਨੀ ਕਿ 2026 ਵਿੱਚ ਇਹ ਨੰਬਰ 3,80,000 'ਤੇ ਆ ਜਾਏਗਾ ਅਤੇ ਉਸ ਤੋਂ ਬਾਅਦ 2027 ਦੇ ਵਿੱਚ ਇਹ ਨੰਬਰ 3,65,000 ਆ ਜਾਏਗਾ। ਯਾਨੀ ਕਿ 1,05,000 ਤੋਂ ਲੈ ਕੇ 1,35,000 ਬੰਦੇ ਹੁਣ ਘੱਟ ਕੈਨੇਡਾ ਵਿੱਚ ਆਉਣਗੇ। ਇਸ ਦਾ ਕੀ ਇੰਪੈਕਟ ਪੈ ਰਿਹਾ ਇਸ ਬਾਰੇ ਚਰਚਾ ਚੱਲ ਰਹੀ ਹੈ। ਸੋ ਨੀਰਾ ਜੀ, ਪਹਿਲੀ ਗੱਲ ਤਾਂ ਕੀ ਫਰਦਰ ਕੱਟਸ ਵੀ ਲੱਗ ਸਕਦੇ ਹੈਗੇ ਨੇ ਹੋਰ, ਕਿਉਂਕਿ ਸਰਕਾਰ ਹੁਣ ਮੋਨੀਟਰ ਕਰ ਰਹੀ ਹੈ, ਸਰਕਾਰ ਸਖਤਾਈ ਕਰ ਰਹੀ ਹੈ, ਸਰਕਾਰ ਨੇ ਜਿਹੜੇ ਰਿਸੋਰਸਿਸ ਦੀ ਲੋੜ ਸੀ ਉਹਨਾਂ ਨੂੰ ਇਨ ਪਲੇਸ ਰੱਖ ਦਿੱਤਾ ਹੈਗਾ। ਸੋ ਡੂ ਯੂ ਐਕਸਪੈਕਟ ਕਿ ਹੋਰ ਵੀ ਕੁਝ ਸਖਤਾਈ ਹੋ ਸਕਦੀ ਹੈ ਜੇਕਰ ਇਹ ਨੰਬਰਸ, ਕਿਉਂਕਿ ਅਗਲੇ ਸਾਲ ਤੋਂ ਇਹ ਲਾਗੂ ਹੋਣੇ ਨੇ ਪਰ ਇਹ 2024 ਦੇ ਵਿੱਚ ਜੋ ਤਰਥੱਲੀ ਮਚੀ ਹੋਈ ਹੈ ਅਤੇ ਅਗਲੇ ਸਾਲ ਅਜੇ ਸਿਚੁਏਸ਼ਨ ਇੰਨੀ ਛੇਤੀ ਤਾਂ ਹਾਊਸਿੰਗ ਦੀ ਠੀਕ ਨਹੀਂ ਹੋ ਜਾਏਗੀ। ਸੋ ਡੂ ਯੂ ਐਕਸਪੈਕਟ ਸਮ ਮੋਰ ਕੱਟਸ ਕੈਨ ਬੀ ਡਨ? Of course. So immigration method ਹਮੇਸ਼ਾ ਕਿਆ ਹੈਗਾ, does not need any validation, any approvals. Minister wakes up, minister goes to sleep, minister during the day ਕਹਿ ਰਿਹਾ ਆਹ news ਆ ਰਹੀ ਹੈ, this is what we've done, this is what we're going to do. Law has changed. Just like that. So they will now be monitoring what is happening. What is the public saying? What are the impacts? So temporary ਇੱਥੇ ਹੈਗਾ, do not be scared ਕਿਉਂਕਿ ਅਨਿਆਏ ਦੇ ਵਿੱਚ they have made so many things open and available for their resources as well. ਇਹ ਨਹੀਂ ਹੈਗਾ ਵੀ ਜਿਹੜਾ temporary resident ਇੱਥੇ ਆਇਆ ਹੈਗਾ, they are now going to be closed eyes, not looked at. They have a lot of rights, lot of protections as well.
Canada is not Mhm. turning their face on them. But what will happen now is the qualified, the one that जी। is deserving, the one, there's always a gray area. I will always say this, but who is deserving of this? Now, हुँ, हुँ। who should get, ਕਿੱਥੇ ਸਾਨੂੰ ਜ਼ਰੂਰਤ ਹੈਗੀ ਆ, ਕਿੱਥੇ ਇਹ ਟੈਂਪਰੇਰੀ ਰੈਜ਼ੀਡੈਂਟ ਫਿਟ ਹੋ ਰਿਹਾ। ਅਗੇਨ ਮੈਂ ਤੁਹਾਨੂੰ ਪਹਿਲੀ ਵਾਰੀ ਵੀ ਕਿਹਾ, ਜਦੋਂ ਆਪਾਂ ਇੱਥੇ ਆਉਂਦੇ ਐਜ਼ ਅ ਟੈਂਪਰੇਰੀ ਰੈਜ਼ੀਡੈਂਟ, we come temporarily. That is what a temporary resident means. It does not promise permanent residency. हुँ, But it हुँ। does not say TR to PR ਜਿਹੜਾ ਉਹ ਇੱਕ ਵਾਰੀ program ਆਇਆ ਸੀ, but Canada does राइट, not promise you PR. Keep this in mind. You're here to study, you're here to visit, राइट, you are here to work, राइट, and then you're here to राइट, return home. ਰਾਈਟ। ਬਟ ਨੀਰਾ ਜੀ, ਜਿਹੜਾ ਇਹ ਨੰਬਰ ਸਰਕਾਰ ਕਹਿ ਰਹੀ ਹੈ, ਜਿਹੜੇ 3,95,000 ਹੋਣੇ ਨੇ, ਲੈਟਸ ਟੇਕ ਫॉर 2025, Yes. ਕੀ ਇਹਦੇ ਵਿੱਚ ਸਿਰਫ ਬੰਦੇ ਨਵੇਂ ਜਿਹੜੇ ਆਣੇ ਨੇ ਉਹੀ ਇਹ ਨੰਬਰ ਹੁੰਦੇ ਨੇ, ਜਾਂ ਜਿਹੜੇ ਇੱਥੇ ਟੈਂਪਰੇਰੀ ਹੈਗੇ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੁਆਲੀਫਾਈ ਜੇ ਕਰਦੇ ਨੇ, ਪਰਮਨੈਂਟ ਹੋ ਜਾਂਦੇ ਨੇ, ਉਹ ਵੀ ਕਾਊਂਟ ਉਹ ਹੁੰਦਾ ਵੀ ਹੈ? ਕਾਊਂਟ ਹੁੰਦੇ ਆ। ਸੋ ਜੋ ਆਲਰੇਡੀ ਇੱਥੇ ਹੈਗੇ ਆ, ਜੋ ਜਿਨ੍ਹਾਂ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਹੈ, ਜੋ ਆਲਰੇਡੀ ਆਪਣੀ ਕੰਟਰੀ 'ਚ ਹੈਗੇ ਆ, ਇਜ਼ ਮਾਈ ਥਾਟ ਪ੍ਰੋਸੈਸ, ਉਹ ਵੀ ਇਨਕਲੂਡ ਹੁੰਦੇ ਆ, ਐਂਡ ਜਿਹੜੇ ਨਵੇਂ ਵੀ ਆਉਣਗੇ ਉਹ ਵੀ ਇਨਕਲੂਡ ਹੁੰਦੇ ਆ। ਇਟਸ ਬੋਥ ਪਲੇਸਿਸ, ਐਂਡ ਇਟ ਇਨਕਲੂਡਸ ਆਲ ਕਲਾਸਿਸ, from refugee, from family, from economic, from business. All those classes are included in that number. ਓਕੇ। ਐਂਡ ਇਹ ਅੱਜ ਦੀ ਜਿਹੜੀ ਅਨਾਊਂਸਮੈਂਟ ਹੈ ਜੀ, ਇਹ ਕਾਫੀ ਜ਼ਿਆਦਾ ਇਸ ਦੀ ਚਰਚਾ ਚੱਲ ਰਹੀ ਹੈ। ਹੋਪਫੁਲੀ ਥਿੰਗਸ ਗੈਟ ਬੈਟਰ ਐਂਡ ਸਿਚੁਏਸ਼ਨ ਇੱਥੋਂ ਦੀ ਠੀਕ ਹੋਵੇ ਕੈਨੇਡਾ ਦੀ, ਕਿਉਂਕਿ ਇਸ ਸਮੇਂ ਜੋ ਹਾਲਾਤ ਨੇ ਸਾਨੂੰ ਸਭ ਨੂੰ ਹੀ ਪਤਾ ਹੈਗਾ। ਐਂਡ ਫਾਈਨਲੀ, ਐਨੀ ਕਲੋਜ਼ਿੰਗ ਵਰਡਸ ਯੂ ਵੁੱਡ ਲਾਈਕ ਟੂ ਸ਼ੇਅਰ? I know the closing words to say is it's been a lot. Joe, but I'm sorry to interrupt you. You seem to be happy today क्योंकि ਤੁਸੀਂ ਹਮੇਸ਼ਾ ਹੀ ਇਹ ਆਵਾਜ਼ ਬੁਲੰਦ ਕਰਦੇ ਰਹੇ ਹੋ, being an immigration consultant also, ਕਿ ਸਿਸਟਮ ਠੀਕ ਹੋਵੇ। ਜਿਸ ਤਰੀਕੇ ਨਾਲ ਇਸ ਦਾ ਦੁਰਉਪਯੋਗ ਹੋਇਆ ਹੈ, ਤੁਸੀਂ, ਤੁਹਾਡੇ ਵਰਗੇ ਜਿਹੜੇ ਕੰਸਲਟੈਂਟਸ ਨੇ ਜਿਹੜੇ ਕਿ ਇਮਾਨਦਾਰੀ ਨਾਲ ਕੰਮ ਕਰਦੇ ਨੇ, ਉਹ ਹਮੇਸ਼ਾ ਹੀ ਆਵਾਜ਼ ਬੁਲੰਦ ਕਰਦੇ ਆਏ ਨੇ। ਸੋ ਅੱਜ ਦਾ ਇਹ ਫੈਸਲਾ, ਅਖੀਰਲੇ ਵਰਡਸ ਕੀ ਹੋਣਗੇ ਤੁਹਾਡੇ? You know what? I know it's tough for everybody to say, oh my God, ki hoega, but it is for the betterment of our country. It's finally being done. We are a respectable country. Jari respect sare paase aapa kho gaye hain. We need to fix that. We need to take care of our citizen, but yet also take care of our temporary resident. And Canada needs to put certain measures in place to make sure those checks and balances are met. And they need to open their eyes. This government needs to open their eyes, which they're finally opening. So yes, I am happy, but ਜਿਹੜੇ ਇੱਥੇ my clients, ਬਾਕੀ ਦੇ ਜਿਹੜੇ consultants ਦੇ clients ਹੈਗੇ, agents, ਜੋ ਵੀ ਹੈ, they are scared right now. But if you are deserving, and I keep telling this to my clients, if you've done the right thing, where there's a will, there's a way. Don't lose hope. Don't lose hope. Absolutely. That's it. ਨੀਰਜ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢ ਕੇ ਅੱਜ ਦੇ ਇਸ ਇੰਪੋਰਟੈਂਟ ਡਿਸੀਜਨ ਦੇ ਉੱਤੇ ਆਪਣੇ ਵਿਚਾਰ ਦੇਣ ਲਈ। ਥੈਂਕ ਯੂ ਫॉर ਯਰ ਟਾਈਮ। Thank you so much, Harpreet ji, for having me again. ਥੈਂਕ ਯੂ। ਸੋ ਇਹ ਸਨ ਨੀਰਾ ਅਗਨੀਹੋਤਰੀ, ਜਿਨ੍ਹਾਂ ਨੇ ਕਿ ਅੱਜ ਆਪਣੇ ਵਿਚਾਰ ਸਾਂਝੇ ਕੀਤੇ ਨੇ। ਜਿਹੜੀ ਅੱਜ ਨਵੀਂ ਅਨਾਊਂਸਮੈਂਟ ਆਈ ਹੈ ਕਿ PR ਲੈਵਲਸ ਵਿੱਚ 20%, 20% ਘਾਟਾ ਕੀਤਾ ਜਾਏਗਾ ਆਉਣ ਵਾਲੇ ਸਾਲਾਂ ਦੇ ਵਿੱਚ। ਸੋ ਇਹ ਡਿਵੈਲਪਮੈਂਟ ਜਿਹੜੀ ਹੋਈ ਹੈ ਜੀ, ਇਸ ਨਾਲ ਅਗੇਨ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਜੋ ਕੁਝ ਇੱਥੇ ਮੈਸ ਪੈ ਚੁੱਕਿਆ ਹੈ, ਉਸ ਨੂੰ ਠੀਕ ਕਰਨ ਵਾਸਤੇ ਇੱਕ ਸਹੀ ਸਟੈਪ ਹੈ। ਦੋ ਲੇਟ, ਬਟ ਸਟਿਲ ਇਟ ਹੈਜ਼ ਬੀਨ ਟੇਕਨ। ਐਂਡ ਹੁਣ ਸਰਕਾਰ ਜਿਹੜੀ ਹੈ ਜਾਗ ਗਈ ਹੈ। ਸੋ ਖਾਸ ਤੌਰ ਦੇ ਉੱਤੇ ਜਿਹੜੇ ਲੋਕ ਇੱਥੇ ਸਹੀ ਸਿਸਟਮ ਨਾਲ ਉਸ ਨੂੰ ਫੋਲੋ ਕਰਕੇ ਇਸ ਪ੍ਰੋਸੈਸ ਨੂੰ ਫੋਲੋ ਕਰਨਗੇ, ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਲੇਕਿਨ ਜਿਹੜੇ ਲੋਕ ਇੱਥੇ ਆ ਕੇ ਇਸ ਸਿਸਟਮ ਦਾ ਦੁਰਉਪਯੋਗ ਕਰ ਰਹੇ ਸੀ, ਉਹਨਾਂ ਵਾਸਤੇ ਹੁਣ ਉਹ ਆਪਣੇ ਕੰਨ ਖੜੇ ਕਰ ਲੈਣ, ਕਿਉਂਕਿ ਹਾਲਾਤ ਉਹਨਾਂ ਵਾਸਤੇ ਵਿਗੜ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ। ਪ੍ਰੋਗਰਾਮ ਦੀ ਕਰਦੇ ਇੱਥੇ ਹੀ ਸਮਾਪਤੀ, ਤੇ ਨਾਲ ਹੀ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਜੋ ਹੈ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਭਾਰਤ ਜੁਐਲਰਸ ਦੇ ਸਹਿਯੋਗ ਨਾਲ। ਯੂਨਿਟ ਨੰਬਰ 115 81 128 ਸਟਰੀਟ, ਸਰੀ, ਪਾਇਲ ਬਿਜ਼ਨਸ ਸੈਂਟਰ ਵਿੱਚ ਬਹੁਤ ਵੱਡਾ ਸ਼ੋਰੂਮ ਹੈ। ਹਰ ਕਿਸਮ ਦੇ ਗਹਿਣੇ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਜਾਂ ਡਿਜ਼ਾਈਨ ਕਰਵਾ ਸਕਦੇ ਹੋ। 604 593 1111, 604 593 1111 ਇਹਨਾਂ ਦਾ ਫੋਨ ਨੰਬਰ ਹੈ। ਸਾਡੇ ਅਗਲੇ ਸਹਿਯੋਗੀ ਹਨ SK ਹੋਮ ਡਿਜ਼ਾਈਨਸ। ਘਰ ਹੈ ਨਵਾਂ ਜਾਂ ਪੁਰਾਣਾ, ਉਸ ਨੂੰ ਨਵੀਂ ਦਿੱਖ ਦੇਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਸੰਦੀਪ ਕੌਰ ਨਾਲ। 30 ਸਾਲ ਤੋਂ ਵੱਧ ਦਾ ਤਜਰਬਾ ਹੈ ਐਜ਼ ਐਨ ਇੰਟੀਰੀਅਰ ਡਿਜ਼ਾਈਨਰ। ਤੁਹਾਡੇ ਘਰ ਨੂੰ ਨਵੀਂ ਦਿੱਖ ਦੇਣਗੇ। 604 825 9295, 604 825 9295 ਤੇ ਸੰਪਰਕ ਕਰ ਸਕਦੇ ਹੋ। ਤੇ ਨਾਲ ਹੀ ਸਾਡੇ ਅੱਜ ਦੇ ਸਪਾਂਸਰ ਨੇ ਪ੍ਰੋਗਰਾਮ ਦੇ ਬਸੰਤ ਮੋਟਰਸ। 16315 ਫਰੇਜ਼ਰ ਹਾਈਵੇ 'ਤੇ ਸਥਿਤ ਹੈ ਇਹਨਾਂ ਦਾ ਵੱਡਾ ਸ਼ੋਰੂਮ, ਜਿੱਥੇ ਤੁਸੀਂ ਗੱਡੀਆਂ ਲੀਜ਼ ਜਾਂ ਫਾਈਨੈਂਸ ਕਰਵਾ ਸਕਦੇ ਹੋ। ਤੁਹਾਡੀ ਮਹਿਮਾਨ ਨਵਾਜ਼ੀ ਵੀ ਕਰਦੇ ਨੇ ਤੇ ਗੱਡੀ ਵਧੀਆ ਰੇਟਸ 'ਤੇ ਤੁਹਾਨੂੰ ਦਿੰਦੇ ਨੇ। 604 572 78 80, 604 572 7880। ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਮੇਰੇ ਨਾਲ ਸੰਪਰਕ ਕਰਨਾ ਹੋਏ ਤਾਂ 604 603 7555 ਦੇ ਉੱਤੇ WhatsApp ਰਾਹੀਂ ਸੰਪਰਕ ਕਰ ਸਕਦੇ ਹੋ, ਜਾਂ ਫਿਰ ਈਮੇਲ ਕਰੋ harpreetsingh@gmail.com।
ਲੈਣਾ ਆ ਗਿਆ। ਹੈਵ ਅ ਵੰਡਰਫੁਲ ਡੇ।